ਹੋਈ ਆ ਵੀ ਟਿਕਟਾਂ ਮਿਲੀਆਂ ਹੋਈਆਂ ਮੈਨੂੰ ਕਿੰਨੀਆਂ ਹੁਣ ਤੱਕ। ਉਹ ਇੱਥੇ ਵੀ ਪੁਆਇੰਟ ਜਿਵੇਂ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੇਰਾ ਟਰੱਕ ਜਿਹੜਾ ਦੂਜਾ ਉਹ ਚੱਲਦਾ ਨਹੀਂ ਚਾਰਜਿੰਗ ਪੁਆਇੰਟ ਆ ਇੱਥੇ ਸਾਹਮਣੇ ਹੋ ਤਾਂ ਕਿ ਟਾਪਾ ਜਾਂ ਖੋਲਣਾ ਕੋਈ ਬੜਾ ਔਖਾ। ਚੱਕਰ ਪੈ ਗਿਆ ਪਿਕਅਪ ਨੰਬਰ ਗਲਤ ਮਿਲ ਨਹੀਂ ਰਿਹਾ ਪਿਕਅਪ ਨੰਬਰ ਬੂਥ ਨੰਬਰ ਟਰੱਕ 'ਚ ਬਹਿ ਜਾਾਂਗੇ ਜਾ ਕੇ ਆਪਾਂ ਨੂੰ ਬੂਥ ਨੰਬਰ ਮਿਲ ਗਿਆ ਜੀ ਤੇ 34 ਨੰਬਰ। ਲਓ ਵੀ ਹੋ ਆਪਣਾ ਟਰੱਕ ਬਾਈ ਹੁਣ ਮਹੀਨੇ ਦੇ ਅੰਦਰ ਠੀਕ ਹੋ ਜਾਊਗਾ ਆਹ ਬਿਕੋਜ਼ ਹੁਣ ਇਹਦਾ ਹੱਲ ਹੋ ਰਿਹਾ ਇੰਜਣ ਧਰ ਦੇਣਾ ਹੁਣ ਇਹਦੇ 'ਚ। ਸੋ ਤੁਸੀਂ ਕਿਹਾ ਵੀ ਦੁਪਹਿਰੇ ਜੇ ਆਪਾਂ ਹਜੇ ਗੇੜਾ ਲੈ ਕੇ ਨਹੀਂ ਜਾਂਦੇ ਟਰੱਕ 'ਚ ਸੌਣਾ ਆ। ਕਾਰਨ ਇਹ ਆ ਵੀ ਘਰੇ ਸੀਰਤ ਸੌਣ ਨਹੀਂ ਦੇ ਰਹੀ ਸੀ ਫਿਰ ਮੈਂ ਕਿਹਾ ਚੱਲ ਟਰੱਕ 'ਚ ਜਾ ਕੇ ਕਿਉਂਕਿ ਹੁਣ ਮੇਰਾ ਘਰ ਜਮੀ ਨੇੜੇ ਆ ਨਾਲ ਹੀ ਹੈ ਜਮੀ ਮਤਲਬ ਮੈਂ ਕੈਲਡਨ ਰਹਿਣਾ ਸੋ ਮੈਥੋਂ 7-8 ਮਿੰਟਾਂ ਦੀ ਬਾਈਟ 'ਤੇ ਆ ਉਹ ਸਾਹਮਣੇ ਘਰ ਆਪਣਾ। ਸੋ ਹੁਣ ਆਪਾਂ ਸੌਂਦੇ ਹਾਂ ਟਰੱਕ ਦੇ ਵਿੱਚ ਹੀ ਤੇ ਰਾਤ ਨੂੰ ਨਿਕਲਣਾ 12 ਵਜੇ 5 ਵਜੇ ਹੋਣਗੇ ਤੇ ਮਿਲਦੇ ਹਾਂ ਸੌਂਦੇ ਹਾਂ। ਲੋ ਵੀ ਗੁੱਡ ਮਾਰਨਿੰਗ ਬਾਈ ਮੇਰੀ ਤਾਂ ਅਜੇ ਵੱਜੇ 10 ਨੇ ਨਾ ਤੇ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਅਰਲੀ ਨਿਕਲਦੇ ਹੁੰਦੇ ਆ ਤੇ ਇਹਦਾ ਇਹ ਗੇੜਾ ਚੱਕਣ ਦਾ ਕਾਰਨ ਸੀ ਵੀ ਕੋਈ ਕੰਮ ਸੀ ਜ਼ਰੂਰੀ ਹਨਾ ਤੇ ਤਾਂ ਕਰਕੇ ਇਹ ਗੇੜਾ ਆਪਾਂ ਨੂੰ ਰਾਤ ਨੂੰ ਚੱਕਣਾ ਪੈ ਗਿਆ ਨਹੀਂ ਤਾਂ ਘਰੇ ਵਧੀਆ ਆਪਾਂ ਆਰਾਮ ਨਾਲ ਸੌਂ ਕੇ ਆਉਂਦੇ ਹੁੰਦੇ ਆ ਤੇ ਦਿਨੇ ਫਿਰ ਗੁਰਸੀਰਤ ਨੇ ਸੌਣ ਨਹੀਂ ਦਿੱਤਾ ਮੈਨੂੰ ਤਾਂ ਕਰਕੇ। ਸੋ ਆਪਾਂ ਟ੍ਰੇਲਰ ਚੱਕ ਲਈਏ ਬਾਈ ਤੇ ਆਪਾਂ ਇਹ ਬਹੁਤ ਟਾਈਮ ਬਾਅਦ ਰਾਤ ਨੂੰ ਨਿਕਲੇ ਹੁਣ ਰਾਤ ਦਾ ਕਿਹੜਾ ਔਖਾ ਕਰਦਾ ਹੁਣ ਮੇਰੇ ਵੀਰੇ ਜਾੜ 'ਚ ਖੜੇ ਨੇ ਕੰਮ ਕਰ ਰਹੇ ਨੇ ਆਸੇ ਪਾਸੇ ਆਪਣੇ ਤੇ ਆਪਾਂ ਵੀ ਉਹਦਾ ਟ੍ਰੇਲਰ ਚੱਕ ਲੈਣਾ ਇੱਥੇ ਰੋਟੀ ਖਾਵਾਂਗੇ ਰੋਟੀ ਖਾ ਕੇ ਫਿਰ ਤੁਰਦੇ ਆਂ ਬਟਾਰ ਨਾਲ ਠੀਕ ਆ ਜੀ। ਸੋ ਇਹ ਕੰਪਨੀ ਡਰਾਈਵਰ ਆ ਵੀਰੇ ਇਹਦਾ ਫਿਊਜ਼ ਉੱਡ ਗਿਆ ਟਰੱਕ ਦਾ ਇਹ ਆਪ ਆ ਰਿਹਾ ਤੇ ਆਪਣੇ ਟਰੱਕ ਦਾ ਵੀ ਲਗਭਗ ਇੱਥੇ ਸਾਰਾ ਕੁਝ ਦੱਸਿਆ ਹੋਇਆ ਨਾ ਕਿਵੇਂ ਫਿਊਜ਼ ਤੁਹਾਨੂੰ ਮੈਂ ਕੱਲ ਨੂੰ ਦੱਸੂ ਸੁਬਾਹ ਉੱਠ ਕੇ। ਮੈਂ ਟਿਕਟੌਕ ਤੇ ਵੀਡੀਓ ਦੇਖੀ ਸੀ ਵੀ ਕਿੱਦਾਂ ਫਿਊਜ਼ ਚੇਂਜ ਕਰਦੇ ਆ ਇੱਦਾਂ ਦੀ ਵੀਡੀਓ ਟਿਕਟੌਕ ਤੇ ਜਾਂ ਹੁਣ ਨੌਲੇਜ ਵਾਲੇ ਘੱਟ ਹੀ ਪਾਉਂਦੇ ਲੋਕ ਤੇ ਤੁਸੀਂ ਹੁਣ ਕੱਲ ਨੂੰ ਦੱਸੂਗਾ ਤੁਹਾਨੂੰ ਵੀ ਕਿੱਦਾਂ ਇਹਦਾ ਕਸਕੇੜੀਆ ਦਾ ਆਪਾਂ ਫਿਊਜ਼ ਚੇਂਜ ਕਰ ਸਕਦੇ ਆ ਆਪਦਾ ਤੇ ਕਿਵੇਂ ਕੱਢਦੇ ਹੁੰਦੇ ਨੇ ਵਿੱਚ ਹੀ ਫਿਊਜ਼ ਹੁੰਦੇ ਨੇ ਕਿਵੇਂ ਖੁੱਲਦਾ ਜਗਾੜ ਕੱਲ ਨੂੰ ਦੱਸੂ ਤੁਹਾਨੂੰ ਸੁਬਾਹ ਉੱਠ ਕੇ। ਤੇ ਬਹੁਤ ਇਨਫੋਰਮੇਸ਼ਨ ਵਾਲੀ ਵੀਡੀਓ ਸੀ 1 ਮਿੰਟ ਦੀ ਉਹ ਤੇ ਬਾਈ ਨੇ ਮਿੰਟੋ ਮਿੰਟ ਉਹਦੇ ਫਿਊਜ਼ ਆ ਖਰਾਬ ਹੋਏ ਸੀ ਤੇ ਕਿੱਦਾਂ ਬਾਈ ਨੇ ਠੀਕ ਕੀਤੇ ਬਹੁਤ ਵਧੀਆ ਇਨਫੋਰਮੇਸ਼ਨ ਵਾਲੀ ਸੀ। ਸੋ ਹੁਣ ਆਪਾਂ ਚੱਲੀਏ ਬਾਈ ਤੇਲ ਪਾਉਣ ਰਾਹ ਚੋਂ ਤੇ ਫਿਰ ਆਪਾਂ ਚੱਲਾਂਗੇ ਬਾਰਡਰ ਕ੍ਰਾਸ ਕਰਕੇ ਅਮਰੀਕਾ। ਰਾਤ ਦੀ ਡਰਾਈਵਿੰਗ ਹੋ ਸਾਰੀ ਆਪਣੀ 10-25 ਹੋਏ ਨੇ ਹਜੇ ਸੋ 12:30 ਜਾਂ 1 ਵਜੇ ਤੱਕ ਬਾਰਡਰ ਤੇ ਪਹੁੰਚਾਂਗੇ ਆਪਾਂ। ਆਪਣਾ ਟਾਪਾ ਖੁੱਲਿਆ ਪਿਆ ਦੇਖੋ ਜੀ ਇਹ ਹੈਗੇ ਨੇ ਜੀ ਸਾਡੇ ਅਨਪ੍ਰੋਫੈਸ਼ਨਲ ਡਰਾਈਵਰ ਗੁਰਪ੍ਰਕਾਸ਼ ਸਿੰਘ ਸਮਾਗ ਉਹ ਬਾਈ ਨੂੰ ਪਲਾਸ ਦਿੱਤਾ ਸੀ ਮੈਂ ਬੰਦ ਕਰਨ ਨੂੰ ਭੁੱਲ ਗਿਆ। ਚਲੋ ਠੀਕ ਆ ਜੀ ਮਿਲਦੇ ਆ ਫਿਰ ਬਾਰਡਰ ਦੇ ਪਰਲੇ ਪਾਸੇ ਦਿਨ ਚੜੇ ਮਿਲਾਂਗੇ ਆਪਾਂ ਬਾਹਲੀਆਂ ਰਾਤ ਨੂੰ ਗੱਲਾਂ ਨਹੀਂ ਹੋਣੀਆਂ। ਸ਼ੌਕ ਲਾਈਵ ਤੇ ਨਿੱਤਰ ਫੁਲਾਈਆਂ ਦਾ ਦੁਨੀਆ ਕਰੂ ਨਵੇੜਾ ਮਿੱਤਰਾ ਕੰਮ ਕਮਾਈਆਂ ਦਾ ਬਹਾਦਰ ਮਿੱਤਰੋ ਮੇਰਾ ਹੀਰੋ ਹੈ। ਦੋਸਤ ਹੋਇਆ ਕਿ ਵੀ ਇਸ ਟਾਈਮ ਬਫਲੋ ਦੇ ਵਿੱਚ ਅਮਰੀਕਾ ਪਹਿਲਾ ਸ਼ਹਿਰ ਪੈਂਦਾ ਪੁਲ ਖਰਾਬ ਹੋ ਗਿਆ ਉਹਨਾਂ ਦਾ ਸੋ ਇਹਨਾਂ ਨੇ ਰੋਡ ਸਾਰਾ ਬੰਦ ਕਰਤਾ ਹੁਣ ਸ਼ਹਿਰ 'ਚ ਟਰੱਕ ਪਾਇਆ। ਇਹੋ ਜਿਹੇ ਔਖੇ ਮੌਸਮ ਦੇ ਵਿੱਚ ਮਤਲਬ ਇਹੋ ਜਿਹੇ ਔਖੇ ਸਮੇਂ ਦੇ ਵਿੱਚ ਆਪਾਂ ਟਰੱਕ GPS ਦਾ ਸਹਾਰਾ ਲਵਾਂਗੇ ਤੇ ਆਪਣੇ ਦਿਮਾਗ ਦਾ ਹੈ ਨਾ ਕਿਉਂਕਿ ਇਹ ਗਲੀਆਂ ਬਹੁਤ ਭੀੜੀਆਂ ਠੀਕ ਆ ਰਾਤ ਦਾ 1 ਵਜੇ ਪਿਆ ਕੋਈ ਭੀੜ ਨਹੀਂ ਇੰਨੀ ਪਰ ਹੁਣ ਵੀ ਇੱਥੇ ਟ੍ਰੈਫਿਕ ਆ। ਸੋ ਟਰੱਕ ਲੋਹ ਬ੍ਰਿਜ ਤੋਂ ਬਚਾਉਣ ਦੇ ਲਈ ਆਪਾਂ ਟਰੱਕ GPS ਨੂੰ ਫੋਲੋ ਕਰਾਂਗੇ ਤੇ ਉਹਦੇ ਦਿਮਾਗ ਨੂੰ ਜੋ ਮੇਰੇ ਵੀਰ ਕਿਤੇ ਫਸ ਜਾਣ ਇੱਥੇ ਦਿਮਾਗ ਨਾਲ ਆਰਾਮ ਨਾਲ ਹੈ ਨਾ ਗਲਤੀ ਨਹੀਂ ਕਰਨੀ। ਸੋ ਆ ਮੇਰੇ ਵੀਰ ਟਰੱਕਾਂ ਵਾਲੇ ਆ ਰਹੇ ਨੇ ਬਹੁਤ ਔਖੇ ਹੋ ਗਏ ਕਿ ਸ਼ਹਿਰ 'ਚ ਟਰੱਕ ਵੜ ਗਿਆ ਮਤਲਬ ਬਹੁਤ ਔਖਾ ਹੋ ਜਾਂਦਾ ਤੇ ਜਿੱਥੇ ਕਦੇ ਆਪਾਂ ਆਏ ਨਹੀਂ ਉਹ ਸ਼ਹਿਰ 'ਚ ਤਾਂ ਹੋਰ ਵੀ ਔਖਾ ਤੇ ਆਪਾਂ ਹੁਣ ਦੇਖਦੇ ਹਾਂ ਵੀ ਆਪਾਂ ਕਿੱਧਰ ਦੀ ਜਾਵਾਂਗੇ ਠੀਕ ਹੈ ਜੀ। ਟਰੱਕ GPS ਫੋਲੋ ਕਰ ਰਹੇ ਹਾਂ ਆਪਾਂ
ਤੁਸੀਂ ਵੀ ਨਾਲ ਰਹੋ, ਦੇਖਦੇ ਹਾਂ ਅੱਜ ਨਿਕਲਦੇ ਆ ਕਿ ਨਹੀਂ। ਵੈਸੇ ਇਹਨਾਂ ਨੇ ਡਿਟੋਰ ਜਿਹਾ ਲਿਖਿਆ ਹੁੰਦਾ ਉਹ ਪੜ੍ਹਿਆ ਕਰੋ। ਡਿਟੋਰ ਜਿਹਾ ਉਹੀ ਹੁੰਦਾ ਵੀ ਆਪਾਂ ਇੱਧਰ ਦੀ ਜਾ ਸਕਦੇ ਰਾਈਟ। ਉਹ ਸਾਹਮਣੇ 190 ਤੇ ਜਾਣ ਨੂੰ ਉਹਨਾਂ ਨੇ ਦਿੱਤਾ ਹੋਇਆ। ਪੂਰੇ ਬਾਈ 7.5 ਘੰਟਿਆਂ ਦੀ ਡਰਾਈਵਰੀ ਕਰਕੇ ਆ ਗਏ। ਧੁੰਦ ਤੇ ਮੀਂਹ ਬਹੁਤ ਪੈ ਰਿਹਾ ਸਾਰੀ ਰਾਤ ਦਾ। ਹੁਣ ਧੁੰਦ ਸ਼ੁਰੂ ਹੋ ਗਈ, ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ। ਆਹ ਬਣੇ ਹੁੰਦੇ ਨੇ ਜਿਹੜੇ ਇਹ 'ਚ ਬੈੱਡ ਬੁੱਡ ਹੁੰਦੇ, ਸਾਰਾ ਕੁਛ ਹੁੰਦਾ ਨਾ। ਇਹ ਵੀ 2-3 ਪ੍ਰਕਾਰ ਦੇ ਨੇ, ਬੱਸਾਂ ਹੁੰਦੀਆਂ ਨੇ, ਕਿ ਹੁੰਦਾ। ਰੋਟੀ ਖਾ ਲਈਏ ਹੁਣ ਬਾਈ, ਆਪਾਂ ਨੂੰ 8 ਘੰਟੇ ਆਲਮੋਸਟ ਹੋ ਗਏ ਰੋਟੀ ਖਾਧੀ ਨੂੰ। ਤੇ ਰੋਟੀ ਖਾ ਕੇ ਫਿਰ ਆਪਾਂ ਅੱਗੇ ਲੰਘਾਂਗੇ, ਡਿਲੀਵਰੀ ਤੇ ਪਹੁੰਚ ਕੇ ਸੌਂ ਜਾਵਾਂਗੇ। ਜਿਵੇਂ ਇੱਕ ਉਹ ਤਰੀਕੇ ਦੀ ਹੁੰਦੀ ਆ, ਇੱਕ ਉਹ ਹੁੰਦੀ ਕਾਹ ਹੁੰਦੀ ਆ, ਇਹ ਉਹ ਬੱਸ ਹੁੰਦੀ ਆ ਰਾਈਟ। ਸੋ ਹੁਣ ਆਪਾਂ ਇਹ ਤੋਂ ਬਾਅਦ ਟਰੱਕ ਬੈਠਣਾ, ਦੈਨ ਕਰਾਂਗੇ, ਜਾਵਾਂਗੇ ਜੀ ਆਪਾਂ। ਐਸਾ ਨਾਮ ਨਿਰੰਜਨ ਕੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਾਰੈ ਸਾ। ਸੋ ਜਿਹੜੀ ਆਪਾਂ ਵੀਡੀਓ ਪਾਈ ਹੋਈ ਆ ਵੀ ਟਿਕਟਾਂ ਮਿਲੀਆਂ ਹੋਈਆਂ ਮੈਨੂੰ ਕਿੰਨੀਆਂ ਹੁਣ ਤੱਕ, ਉਹ ਇੱਥੇ ਬਹਿ ਕੇ ਬਣਾਈ ਸੀ ਜੀ ਆਪਾਂ, ਕਿਉਂਕਿ ਆਪਾਂ ਨੂੰ ਟਿਕਟ ਮਿਲ ਗਈ ਸੀ ਇੱਥੇ। ਸੋ ਇੱਥੇ ਟਿਕਟ ਮਿਲ ਗਈ ਸੀ ਆਪਾਂ ਨੂੰ, ਇੱਥੇ ਨਹੀਂ ਮਿਲੀ ਸੀ। ਆਪਾਂ ਲੋਡ ਚੱਕ ਲਿਆ ਸੀ, ਹੈਵੀ ਬਾਹਲਾ ਸੀ, ਇੱਥੇ ਲਾਉਣਾ ਸੀ, ਆਪਾਂ ਇੱਥੇ ਲੈ ਕੇ ਆਏ ਸੀ। ਹੁਣ ਇਹ ਕਹਿੰਦਾ ਵੀ ਵੇਟ ਕਰ ਲਾ, ਹਜੇ ਤੇਰੀ ਵਾਰੀ ਨਹੀਂ, ਤੂੰ ਪਹਿਲਾਂ ਆ ਗਿਆ, ਚੱਲ ਮਾਰ। ਹੁਣ ਆਪਾਂ ਪੈਣ ਲੱਗੇ 2 ਘੰਟੇ, ਉੱਠ ਕੇ ਫਿਰ ਡਿਲੀਵਰੀ ਕਰਕੇ ਫਿਰ ਦੇਖਾਂਗੇ, ਠੀਕ ਹੈ ਜੀ। ਭੁੱਗੀ ਘੈਂ ਹੋਈ ਪਈ ਆ, ਹੁਣ ਸੌਂਦੇ ਆ ਬਾਈ। ਲਓ ਵੀ ਦੋਸਤੋ, ਆਪਾਂ 2 ਘੰਟੇ ਸੌਣ ਲੱਗੇ ਆ ਇੰਨੇ। ਇਹ ਆਪਾਂ ਨੂੰ ਉਠਾਉਣਗੇ ਤੇ ਹੁਣ ਆਪਾਂ ਸੌਂਦੇ ਆ, ਠੀਕ ਆ ਜੀ। ਗੁੱਡ ਨਾਈਟ। ਲਓ ਜੀ, ਆਪਣੀ ਡਿਲੀਵਰੀ ਹੋ ਗਈ ਸੀ। ਨਾਲ ਹੀ ਨਾ ਇੱਕ ਪੰਪ ਸੀ ਤੇ ਲਾਸਟ ਪਾਰਕਿੰਗ ਪਈ ਸੀ, 5-6 ਟਰੱਕ ਖੜਦੇ ਆ। ਹੁਣ ਆਪਾਂ ਇੱਥੇ ਲਾ ਕੇ ਸੌਣਾ ਜੀ, ਤੇ ਮਿਲਦੇ ਆ ਹੁਣ ਆਪਾਂ ਰਾਤ ਦੇ 8 ਵਜੇ ਪਿਕਅਪ ਤੇ। ਲਓ ਵੀ ਦੋਸਤੋ, ਵਰਜੀਨੀਆ ਸਟੇਟ ਦੀ ਆਪਾਂ ਕਿੱਥੇ ਖੜੇ ਆ? ਵਰਜੀਨੀਆ ਸਟੇਟ ਦੇ ਆਪਾਂ ਖੜੇ ਆ ਰੋਨੋਕ ਸਿਟੀ ਦੇ ਵਿੱਚ। ਤੇ ਇੱਥੇ ਗਰਮੀ ਬਹੁਤ ਹੋਈ ਪਈ ਆ, ਹੱਦ ਤੋਂ ਵੱਧ। ਮੁੜਕੀ ਹੋ ਗਿਆ ਮੈਂ। ਤੇ ਇੱਥੇ ਸਟਾਪ ਮਿਲਿਆ ਸੀ ਟਰੱਕਿੰਗ ਆਪਾਂ ਨੂੰ, ਕੁਛ ਕੁ ਟਰੱਕ ਸਟਾਪ ਮਿਲਿਆ ਸੀ, ਮਤਲਬ ਇੱਕ ਨਿੱਕਾ ਜਿਹਾ ਇਸ ਜਗ੍ਹਾ ਹੀ ਮਿਲ ਗਈ ਸੀ ਆਪਾਂ ਨੂੰ। ਹੁਣ ਆਪਾਂ ਚੱਲੀਏ ਅੱਗੇ ਲੋਡ ਚੱਕਣ, ਹੈ ਨਾ। ਚਾਹ ਲੈ ਕੇ ਅੱਜ ਰੋਟੀ ਖਾ ਲਈ। ਚਲੋ ਜੀ ਚੱਲੀਏ, ਹੁਣ ਜਗ੍ਹਾ ਬਣਾਈਏ ਇੱਕ ਬੰਦੇ ਦੀ, ਇੱਥੇ ਕੋਈ ਟਰੱਕ ਪਾਰਕ ਕਰ ਲੂ। ਲਓ ਵੀ ਮਿੱਤਰੋ, ਸਾਹਮਣੇ ਹੈ ਲੋਕੇਸ਼ਨ। 8 ਵਜੇ ਖੁੱਲਣਗੇ ਤੇ ਆਪਾਂ ਸੜਕ ਤੇ ਲਾ ਕੇ ਸੌਂਗੇ ਟਰੱਕ। ਆਪਣੇ ਮਗਰ ਖੜਾ ਟਰੱਕ, ਆਪਣੇ ਫਰੰਟ ਤੇ ਖੜੇ ਨੇ ਬਹੁਤ। ਨੋ ਪਾਰਕਿੰਗ ਦਾ ਸਾਈਨ ਦਿੰਦਾ ਉਸ ਨੂੰ ਉੱਥੇ, ਬਟ ਲਾ ਤਾਂ ਹੁਣ ਦੇਖੀ ਜੋ ਟਿਕਟ ਮਿਲ ਗਈ, ਪਰ ਕੋਈ ਹੱਲ ਨਹੀਂ ਸੀ ਹੋਰ। ਸੋ ਅੱਜ ਦੀ ਰਾਤ ਇੱਥੇ ਖਤਮ ਹੁੰਦੀ ਹੈ। ਸੁਬਾਹ ਮਿਲਦੇ ਹਾਂ। ਗੁੱਡ ਨਾਈਟ, ਲਵ ਯੂ, ਬਾਏ ਬਾਏ। ਉਹ ਵੀ ਗੁੱਡ ਮਾਰਨਿੰਗ ਦੋਸਤੋ। ਸੁਬਾਹ ਬੰਦਾ ਆਇਆ ਆਪਣੇ ਕੋਲੇ, ਆਪਾਂ ਉੱਠ ਖੜੇ ਸੀ ਪਹਿਲੇ, ਉਹ ਟਰੱਕ ਚਲੇ ਗਏ ਸੀ ਮੂਹਰਲੇ। ਇਹ ਕਹਿੰਦਾ ਇੱਥੇ ਨਹੀਂ ਹੈਗਾ ਇਹਨਾਂ ਦਾ ਯਾਰਡ, 3 ਮੀਲਾਂ ਤੇ ਉੱਧਰ ਆ। ਮੈਂ ਕਿਹਾ ਠੀਕ ਆ ਜੀ, ਹੁਣ ਉੱਧਰ ਚੱਲੇ ਆ। ਉਹ ਦੱਸਦਾ ਫਿਰਦਾ ਬਾਈ ਸਾਰਿਆਂ ਨੂੰ। ਚਲੋ ਜੀ ਉੱਧਰ ਚੱਲੀਏ। ਲਓ ਜੀ, ਆਪਾਂ ਪਹਿਲੀ ਵਾਰੀ ਜੀ ਪਹੁੰਚ ਗਏ। ਐਡਰੈਸ ਪਾ ਕੇ ਸਿੰਪਲ। ਤੇ ਮੀਂਹ ਲੈ ਪਿਆ ਬਹੁਤ ਜ਼ਿਆਦਾ, ਹੱਦ ਤੋਂ ਵੱਧ। ਉਹ ਦੇਖੋ, ਹੁਣ ਆਪਾਂ ਚੱਲਦੇ ਆਂ ਅੰਦਰ, ਠੀਕ ਆ ਜੀ। ਲਓ ਬਈ, ਪਿਕਅਪ ਦਾ ਚੱਕਰ ਪੈ ਗਿਆ। ਪਿਕਅਪ ਨੰਬਰ ਗਲਤ ਨਹੀਂ, ਮਿਲ ਨਹੀਂ ਰਿਹਾ ਪਿਕਅਪ ਨੰਬਰ, ਬੂਥ ਨੰਬਰ ਭਾਲਦੇ ਇਹ। ਫਿਰ ਮੇਲ ਕੀਤੀਆਂ, ਇਹਨੇ ਬੂਥ ਨੰਬਰ ਮਿਲ ਗਿਆ। ਹੁਣ ਆਪਾਂ ਟਰੱਕ 'ਚ ਬਹਿ ਜਾਾਂਗੇ ਜਾ ਕੇ। ਆਪਾਂ ਨੂੰ ਬੂਥ ਨੰਬਰ ਮਿਲ ਗਿਆ ਜੀ, ਤੇ
34 ਨੰਬਰ ਬੂਥ ਆ। ਹੁਣ 34 ਦਾ ਵੀ ਦੱਸ ਦਿੰਦੇ ਕਿੱਸਾ ਕੀ ਆ। ਲਓ ਵੀ ਮਿੱਤਰੋ 34 ਨੰਬਰ ਬੂਥ ਮਿਲਿਆ ਤੇ 7 ਨੰਬਰ ਅੱਜ ਮੇਰੀ ਹੈਗੀ ਜੀ ਮੈਰਿਜ ਐਨਵਰਸਰੀ। 3 ਸਾਲ ਹੋ ਗਏ ਮੇਰੇ ਵਿਆਹ ਨੂੰ। ਤੇ ਹੁਣ ਤੂੰ ਕਹੇਗਾ ਤੂੰ ਸੜਕਾਂ 'ਤੇ ਤੁਰਿਆ ਫਿਰਦਾ, ਕਾਹਦੀ ਜ਼ਿੰਦਗੀ ਤੁਹਾਡੀ ਨਾ। ਗੱਲ ਤੁਹਾਡੀ ਵੀ ਸਹੀ ਆ, ਇੱਥੇ ਭਰਾਵਾ ਹੀ ਚੱਲਦਾ ਸਹੀ ਦੱਸ ਕੇ ਤੁਹਾਨੂੰ। ਬਟ ਇਹ ਆ ਵੀ ਮੈਂ ਆਟੋਵਾ ਜਾਣ ਦਾ ਪ੍ਰੋਗਰਾਮ ਬਣਾਇਆ, ਉੱਥੇ ਘੁੰਮਾਂਗੇ ਫਿਰਾਂਗੇ 2 ਦਿਨ ਰਹਾਂਗੇ। ਪਰ ਇਹ ਵੀ ਹੈ ਨਹੀਂ ਵੀ ਇਕੱਲਾ ਕੰਮ ਜੋਗੀ ਰਹਿ ਗਏ ਹੈ ਨਾ। ਨਾਲ ਆਪਾਂ ਟਰਾਈ ਕਰਦੇ ਹਾਂ ਵੀ ਬੱਚਿਆਂ ਨੂੰ ਵੀ ਟਾਈਮ ਦੇਈਏ। ਉਹਨਾਂ ਤੁਸੀਂ ਦੇਖਦੇ ਹੋਵੋਗੇ ਵੀ ਹਾਂ ਵਲੌਗ ਬੱਚਿਆਂ ਦੇ ਮੈਂ ਨਹੀਂ ਪਾਉਂਦਾ, ਕੋਈ ਰੀਜ਼ਨ ਆ ਉਹਦੇ ਕਰਕੇ। ਇਹ ਹੁਣ 34 ਨੰਬਰ ਕੀ ਦੇਖੋ ਇਤਫਾਕਨ ਅੱਜ 7 ਤਰੀਕ ਆ ਤੇ ਜਿਹੜਾ ਬੂਥ ਮਿਲਿਆ ਉਹ ਵੀ ਆਪਾਂ ਨੂੰ ਮਿਲਿਆ 34 ਨੰਬਰ। ਤੇ 34 ਦਾ ਜੋੜ ਕਰਦੇ ਆ ਬਣਦਾ 7 ਬਣਦਾ। ਠੀਕ ਆ ਜੀ। ਹੁਣ ਆਪਾਂ ਰੱਖ ਲਾਂਗੇ ਇਹਦੇ ਸਾਹਮਣੇ। ਹੁਣ ਤੁਹਾਨੂੰ ਮੈਂ ਦੱਸਣ ਲੱਗਾ ਸੀ ਗੱਲ ਹਨਾ, ਟਰੈਕਿੰਗ ਦੇ ਵਿੱਚ ਬਾਈ ਜੇ ਤੁਸੀਂ ਤੁਹਾਨੂੰ ਮਕੈਨਿਕੀ ਆਉਣ ਲੱਗ ਜਾਂਦੀ ਹੈ ਹੌਲੀ ਹੌਲੀ। ਮੈਂ ਅਕਸਰ ਦੇ ਦਿੰਦਾ ਜਿਹੜੇ ਪੁਰਾਣੇ ਡਰਾਈਵਰ ਨੇ ਨਾ, ਉਹ ਜਿਵੇਂ ਮੈਂ ਇੱਕ ਦਿਨ ਦੇਖਿਆ ਗੋਰਾ ਟਰੱਕ ਭਾਈ ਉਹ ਟਾਇਰ ਫਟਣ ਵਾਲਾ ਸੀ, ਉਹਨੇ ਰੋਕ ਲਿਆ ਟਰੱਕ ਸਟਾਪ ਤੇ। ਮੈਂ ਵੈਸੇ ਖੜਾ ਸੀ ਵੀ ਉਹਨੇ ਟਾਇਰ ਫਟਣ ਤੋਂ ਪਹਿਲਾਂ ਹੀ ਦੇਖ ਲਿਆ ਵੀ ਟਾਇਰ ਫਟੂਗਾ ਤੇ ਦੇਖਿਆ ਟਰੱਕ ਇਹਨੇ ਟਰੱਕ ਖੜਾਇਆ ਟਾਇਰ ਫਟ ਗਿਆ। ਤੇ ਮੈਂ ਉਹਨੂੰ ਆਖਿਆ ਵੀ ਮਕੈਨਿਕ ਨੂੰ ਕਾਲ ਕਰ ਲਾ। ਉਹਨੇ ਪਤਾ ਕੀ ਕਿਹਾ ਮੂਹਰੋਂ, ਕਹਿੰਦਾ ਮੈਨੂੰ ਕੋਲ ਟਾਇਰ ਹੀ ਚਾਹੀਦਾ, ਕਹਿੰਦਾ ਚੇਂਜ ਤਾਂ ਮੈਂ ਆਪ ਹੀ ਕਰ ਲੂੰ ਤੇਰੀ ਭੈਣ ਨੂੰ। ਤੇ ਮੈਂ ਉਹਨੇ ਦੇਖਿਆ, ਮੈਂ ਕਿਹਾ ਕਾਕਾ ਜੀ ਇੱਥੇ ਕੋਈ ਸਾਲਾ ਫਿਊਜ਼ ਟੁੱਟ ਜੇ ਕੁਛ ਉਹ ਵੀ ਨਹੀਂ ਬਦਲਣਾ ਆਉਂਦਾ ਆਪਾਂ ਨੂੰ। ਸੋ ਹੌਲੀ ਹੌਲੀ ਜਿੰਨੇ ਮੇਰੇ ਵੀਰ ਨੇ, ਹੁਣ ਮੈਂ ਵੀ ਜਾਊਂਗਾ ਅੱਜ ਕੈਨੇਡੀਅਨ ਟਾਇਰ। ਅੱਜ ਟਾਈਮ ਮਿਲਿਆ ਅੱਜ ਖੜਾਂਗੇ ਨਹੀਂ ਕੱਲ ਨੂੰ। ਕੈਨੇਡੀਅਨ ਟਾਇਰ ਤੋਂ ਜਿਵੇਂ 35-40 ਦੀ ਕਿੱਟ ਆਉਂਦੀ ਆ ਆਪਣੇ ਕੋਲੇ, ਸਾਰੇ ਟੂਲ ਕਿੱਟ। ਜਿਵੇਂ ਆਪਾਂ ਜਾੜ ਚੋਂ ਨਿਕਲੇ ਸੀ ਬਾਈ ਕੋਲੇ ਫਿਊਜ਼ ਖਿੱਚ ਨੂੰ ਪਲੱਗ ਹੋਇਆ ਹੀ ਨਹੀਂ ਸੀ ਨਾ, ਪਲਾਸ ਆਪਾਂ ਦਿੱਤਾ। ਸੋ ਪਲਾਸ ਹਥੌੜੀ ਪੇਚਕਸ ਤੇ ਬਾਕੀ ਰਿੰਬ ਰੂਮ ਚੇਂਜ ਕਰਨ ਨੂੰ ਪਾਨੇ ਪੂਨੇ ਤੁਹਾਡੇ ਕੋਲ ਸਾਰਾ ਕੁਝ ਹੋਣਾ ਚਾਹੀਦਾ। ਆਪਾਂ ਲਵਾਂਗੇ ਅੱਜ ਸਾਰਾ ਕੁਝ, ਆਪਣੇ ਕੋਲ ਥੋੜਾ ਮੋਟਾ ਹੀ ਆ। ਤੇ ਬਾਕੀ ਆਉਣ ਲੱਗ ਜਾਂਦਾ ਜਿਵੇਂ ਫਿਊਜ਼ ਚੇਂਜ ਕਰਨੇ ਰਾਹ 'ਚ, ਜੇ ਕੋਈ ਚੀਜ਼ ਹੋ ਜਾਏ ਲਾਈਟਾਂ ਲੂਟਾਂ ਚੇਂਜ ਕਰਨੀਆਂ ਬਾਈ, ਟਾਇਰਾਂ ਟੂਰਾਂ ਦਾ ਬੰਦਾ ਰਿੰਬ ਹੌਲੀ ਹੌਲੀ ਬੰਦਾ ਚੱਲ ਹੀ ਪੈਂਦਾ। ਸੋ ਟਰੱਕਿੰਗ ਦੇ ਵਿੱਚ ਮਕੈਨਿਕ ਵੀ ਬੰਦਾ ਉਨਾ ਹੀ ਬਣ ਜਾਂਦਾ। ਤੁਹਾਨੂੰ ਦਿਖਾਉਣੇ ਆ ਵੀ ਇਹਦਾ ਫਿਊਜ਼ ਕਿਵੇਂ ਚੇਂਜ ਕਰਦੇ ਨੇ। ਸੋ ਮੈਂ ਬਹੁਤ ਹੀ ਵਧੀਆ ਵੀਡੀਓ ਦੇਖੀ ਸੀ ਬਾਈ ਦੀ ਟਿਕਟੌਕ ਤੇ, ਟਿਕਟੌਕ ਇੱਧਰ ਚੱਲਦੀ ਆ ਤੇ ਮੈਂ ਬਹੁਤ ਹੈਲਪਫੁਲ ਵੀਡੀਓ ਸੀ। ਅੱਜ ਦਿਖਾਈਏ ਤੁਹਾਨੂੰ ਇਹਦਾ ਕੀ ਆ। ਕਸਕੇੜੀਆ ਦੇ ਇੱਥੇ ਜੇ ਲੱਗਿਆ ਹੁੰਦਾ ਇਹ, ਜਿਵੇਂ ਆਹ ਪੁੱਲ ਲਿਖਿਆ ਇਹਨਾਂ ਨੇ। ਲਓ ਜੀ ਸੋ ਆਪਾਂ ਸੋ ਇਹ ਆਪਣਾ ਖੁੱਲ ਗਿਆ ਜੀ। ਆਹ ਟਰੱਕ ਦੇ ਆਪਾਂ ਅੰਦਰ ਚੱਲ ਗਏ। ਠੀਕ ਆ ਜੀ। ਲਓ ਜੀ ਫਲੈਸ਼ ਲਾ ਲਈ ਆਪਾਂ। ਸੋ ਖਾਸ ਕਰਕੇ ਬਈ ਆਹ ਹੁੰਦਾ ਦਾ ਬਟਨ, ਇੱਥੋਂ ਦੋਨੇ ਬਟਨ। ਠੀਕ ਆ, ਆਹ ਖੁੱਲ ਗਿਆ। ਸੋ ਆਹ ਇਹਦੇ ਫਿਊਜ਼ ਨੇ ਬਾਈ। ਫਿਊਜ਼ ਦਾ ਪਤਾ ਕਿਵੇਂ ਲੱਗਦਾ ਵੀ ਫਿਊਜ਼ ਕਿਹੜਾ, ਇਹ ਸਾਰਾ ਮੈਪ ਬਣਿਆ ਹੁੰਦਾ ਇੱਥੇ। ਆਹ ਸਾਰਾ ਮੈਪ ਬਣਿਆ ਹੋਇਆ ਹਨਾ। ਤੇ ਮੈਂ ਕਹਿੰਦਾ ਵੀ ਤੇ ਇਹਦਾ ਨੰਬਰ ਲਿਖਿਆ ਹੋਇਆ ਜਿਵੇਂ 5S, ਇੱਥੇ ਵੀ ਲਿਖਿਆ ਹੋਇਆ ਨੰਬਰ ਹਨਾ। ਆਹ ਹੈਗਾ ਇਹਨਾਂ ਦਾ ਜਿਵੇਂ ਫਿਊਜ਼ ਕੱਢਣ ਵਾਸਤੇ। ਆਹ ਐਕਸਟਰਾ ਫਿਊਜ਼ ਜਿਹੜੇ ਹੈਗੇ ਨੇ ਵਿੱਚ ਵੀ ਆਪਾਂ ਉਹ ਯੂਜ਼ ਕਰ ਸਕਦੇ ਹਾਂ ਹਨਾ। ਜੇ ਕੋਈ ਫਿਊਜ਼ ਖਰਾਬ ਹੁੰਦਾ ਆਪਣਾ ਤਾਂ ਆਪਾਂ ਚੈੱਕ ਕਰ ਸਕਦੇ ਹਾਂ। ਹੁਣ ਆਪਾਂ ਇੱਥੇ ਫਾਈਂਡ ਆਊਟ ਕਰਾਂਗੇ ਵੀ ਕਿਹੜਾ ਕਿੱਥੇ ਫਿਊਜ਼ ਆ। ਆਹ ਸੀਗਾ ਜੀ, ਆਹ ਪੜ੍ਹੋ ਐਕਸਪੀਰੀਅਨ ਰੀਡਿੰਗ ਏਅਰ ਸਸਪੈਂਸ਼ਨ ਸਾਰਾ ਕੈਬ HV ਫੈਨ ਦਾ। ਸੋ ਸਾਰਾ ਕੁਝ ਇੱਥੇ ਲਿਖਿਆ ਹੋਇਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਚਾਰਜਿੰਗ ਪੋਰਟ ਨਹੀਂ ਚੱਲ ਰਿਹਾ, ਤੁਸੀਂ ਇੱਥੋਂ ਲੱਭ ਕੇ ਕੰਟਰੋਲ ਡਰਾਈਵਰਸ ਬੈਟ। ਸੋ ਟ੍ਰੇਲਰ ਦਾ ਇਗਨੀਸ਼ਨ, ਉਹਦੀ ਪਿੱਛੇ ਲਾਈਟ ਲੂਟ ਜਾਂਦੀ ਆ। ਉਹ ਸਾਰਾ ਕੁਝ ਇੱਥੇ ਹੀ ਪਿਆ। ਹੁਣ ਆਪਾਂ ਲੱਭਾਂਗੇ ਆਹ ਚਾਰਜਰ ਦਾ ਲੱਭਾਂਗੇ ਆਪਾਂ। ਠੀਕ ਆ ਜੀ। ਕਿਹੜਾ ਇਹਨਾਂ ਚੋਂ ਹੈ ਕਿਹੜਾ, ਪਹਿਲਾਂ ਮੈਂ ਪੜ੍ਹ ਲਾਂ। ਪਲਾਸ ਦੀ ਤਰ੍ਹਾਂ ਵਰਤੋਂ ਕਰ ਸਕਦੇ ਹਾਂ ਇਹਦੀ। ਸੋ ਇਹ ਬਾਈ ਆਪਾਂ ਆ ਲਓ ਜੀ ਨਿਕਲ ਗਿਆ। ਇਹਦੇ ਨਾਲ ਆਪਾਂ ਫਿਊਜ਼ ਕੱਢ ਕੇ ਪਾ ਸਕਦੇ ਹਾਂ। ਜੇ ਕੋਈ ਵੀ ਫਿਊਜ਼ ਆਪਾਂ ਨੂੰ ਲੱਗਦਾ ਵੀ ਗੜਬੜ ਹੈ ਇੱਥੇ ਹੈਗੀ ਆ, ਜਿਵੇਂ ਆਹ ਫਿਊਜ਼ ਆਪਾਂ ਕੱਢਣਾ ਹੋਵੇ ਨਾ, ਤੇ ਚੁੰਡੀ ਜੀ ਭਰਨੀ ਆ। ਠੀਕ ਆ, ਇਹ ਬਾਹਰ ਆ ਜਾਂਦਾ। ਆ ਗਿਆ ਜੀ, ਬਸ ਇਹਨੂੰ ਖਿੱਚ ਲੈਣਾ, ਇਹ ਬਾਹਰ ਆ ਜਾਊਗਾ। ਠੀਕ ਆ, ਬਸ ਇਦਾਂ ਹੀ ਤੁਸੀਂ ਜਿਵੇਂ 20A ਖੋਲਣਾ ਬਾਈ, 20A ਕਾਹਦੇ ਵਾਲਾ ਉਹ ਵੀ ਦੇਖ ਲੈਣਾ। ਸੋ ਤੁਹਾਡੇ ਚਾਰਜਿੰਗ ਜਿਹੜੇ ਨਹੀਂ ਚੱਲਦੇ ਹੁੰਦੇ ਤੁਸੀਂ ਇਹਨਾਂ 'ਚ ਯੂਜ਼ ਕਰ ਸਕਦੇ ਹੋ ਐਕਸਟਰਾ ਦੇ ਵਿੱਚੋਂ। ਠੀਕ ਆ ਜੀ। ਲਓ ਵੀ ਦੋਸਤੋ ਬਸ ਆਹੀ ਹੁੰਦਾ ਬਾਈ, ਤੁਹਾਡੇ ਕੋਲ ਐਕਸਟਰਾ ਫਿਊਜ਼ ਹੁੰਦੇ ਨੇ ਉੱਪਰ, ਇਹਨਾਂ 'ਚੋਂ ਕੱਢ ਕੇ ਜਿਹੜਾ ਮਰਜ਼ੀ ਪਾ ਲਓ। ਤੁਹਾਡੇ 'ਚ ਚਾਰਜਿੰਗ ਪੁਆਇੰਟ ਜਿਵੇਂ ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਜਿਵੇਂ ਮੇਰੇ ਟਰੱਕ ਜਿਹੜਾ ਦੂਜਾ ਉਹ ਚੱਲਦਾ ਨਹੀਂ ਸੀ ਚਾਰਜਿੰਗ ਪੁਆਇੰਟ, ਮੈਂ ਵੀ ਇੱਕ ਨਾਲ ਹੀ ਡੰਗ ਸਾਰੀ ਜਾਂਦਾ। ਸੋ ਇੱਥੇ ਹੀ ਹੁੰਦਾ ਸਾਰਾ, ਇੱਥੇ ਮੈਪ ਬਣਿਆ ਹੁੰਦਾ, ਈਜ਼ੀਲੀ ਤੁਸੀਂ ਕਰ ਸਕਦੇ ਹੋ। ਠੀਕ ਆ ਜੀ। ਆ ਇੱਥੇ ਸਾਂਭਦੇ ਹੋ ਤਾਂ ਕਿ ਤੁਹਾਨੂੰ ਫੇਰ ਲੋੜ ਪਵੇ ਇਹਦੀ। ਠੀਕ ਆ ਜੀ। ਲਓ ਜੀ ਅੱਜ ਦਾ ਗਿਆਨ ਸਮਾਪਤ ਹੈ ਇੱਥੇ। ਇਹ ਹੋ ਗਿਆ ਬੰਦ ਆਪਣਾ। ਟਾਪਾ ਜਾਂ ਖੋਲਣਾ ਕੋਈ ਬਾਹਲਾ ਔਖਾ ਨਹੀਂ ਬਾਈ। ਆਪਣੇ ਆਹ ਵੀ ਦੇ ਗੰਦੇ ਹੋਏ ਪਏ ਯਾਰ। ਓ ਮਾਈ ਗਾਡ, ਬੱਲਾ ਬੱਲਾ ਬੱਲਾ। ਚਲੋ ਬਜਟੋ, ਚਲੋ ਠੀਕ ਆ ਜੀ।
ਦੇਖ ਲਓ ਬਾਈ ਸੌਂ ਗਏ ਸੀ ਯਾਰ ਆਪਾਂ ਸਵੇਰ 6 ਵਜੇ ਦੇ ਆਏ ਸੀ ਨਾ, ਆਪਾਂ ਨੂੰ 4:23 ਹੋ ਗਏ ਤੇ ਲੋਡ ਜਾ ਕੇ ਹੁਣ ਮਿਲਿਆ। ਸੋ ਗੱਲ ਇਹ ਆ ਵੀ ਜੇ ਤੁਹਾਡੀਆਂ ਛੁੱਟੀਆਂ ਨੇ ਜਾਂ ਤੁਹਾਨੂੰ ਕੋਈ ਕੰਮ ਆ ਡਾਕਟਰ ਤੇ ਜਾਣਾ ਤਾਂ ਡਿਸਪੈਚਰ ਨੂੰ ਨਾ ਕਹੋ ਵੀ ਬਈ ਸਾਨੂੰ ਕੰਮ ਆ ਦੇਣਾ, ਸਾਨੂੰ ਅੱਜ ਜਲਦੀ ਭੇਜ ਦਿਓ। ਜਦੋਂ ਕਦੇ ਵੀ 3 ਸਾਲ ਹੋ ਗਏ, ਜਦੋਂ ਕਦੇ ਵੀ ਇਹ ਹੁੰਦਾ ਵੀ ਸਾਡੀ ਅਪਾਇੰਟਮੈਂਟ ਆ ਜਾਂ ਅਸੀਂ ਜਿਹਨੂੰ ਦੱਸ ਦਈਏ ਇਹਨਾਂ ਨੂੰ, ਅਸੀਂ ਟਾਈਮ ਤੇ ਕਦੇ ਨਹੀਂ ਪਹੁੰਚਦੇ। ਮੈਂ ਵੀ ਕੋਈ ਕੰਮ ਕਰਕੇ ਰੀਜਨ ਕਰਕੇ ਇਹਨਾਂ ਤੋਂ ਲਾਇਆ ਸੀ, ਮੈਂ ਰਾਤ ਨੂੰ ਗੇੜਾ ਚੁਕਾ ਦਿਓ, ਕੱਲ ਨੂੰ ਮੈਂ 7 ਨੂੰ ਵਾਪਸ ਆ ਜਾਊ ਟਾਈਮ ਨਾਲ। ਦੇਖ ਲਓ 7 ਪਰ ਜਦੋਂ ਕਦੇ ਬਿਨਾਂ ਦੱਸੇ ਮੈਂ ਆਪਦਾ ਪ੍ਰੋਗਰਾਮ ਵੀ ਉਹਦਾ ਗੇੜਾ ਉਸ ਹਿਸਾਬ ਨਾਲ ਹਿੱਟ ਕਰ ਲਓ ਵੀ ਬੰਦਾ ਉਸ ਦਿਨ ਆ ਜੇ। ਬਸ ਆਹੀ ਅੱਜ ਦਾ ਗਿਆਨ ਸੀ ਮੇਰਾ। ਤੇ ਮੈਨੂੰ ਇੱਥੇ 8-9 ਘੰਟੇ ਹੋ ਗਏ ਬੈਠੇ ਨੂੰ, ਹੁਣ ਲੋਡ ਮਿਲਿਆ ਚੱਲੀਏ। ਇਹ ਪੇ ਤਾਂ ਮਿਲ ਜੂ ਵੀ, ਹੁਣ ਬਹੁਤ ਪੁੱਛਣਗੇ ਬਈ ਪੇ ਕਰਨਾ ਹੀ ਕਰਨਾ, ਪੇ ਤਾਂ ਵੀਰੇ ਕਰਨਾ ਪਊ ਇਹਨਾਂ ਨੂੰ। ਗੱਲ ਪੇ ਕਰਨ ਦੀ ਜਾਂ ਉਹ ਨਹੀਂ, ਗੱਲ ਹੈ ਵੀ ਮੈਂ ਤਾਂ ਮਸਤ ਹੋ ਕੇ ਸੌਂ ਗਿਆ ਸੀ। ਸੋ ਜੇ ਮੇਰੇ ਵੀ ਟਾਈਮ ਲੱਗਦਾ ਡੌਕਾਂ ਤੇ, ਵੈਸੇ ਤਾਂ ਗੇੜੇ ਆਪਣੇ ਬਹੁਤ ਘੰਟੇ ਲੱਗ ਰਹੇ ਸੀ ਠੀਕ ਆ, ਪਰ ਆਹ ਗੇੜਾ ਚਲਾਇਆ ਹੋ ਗਿਆ। ਹੁਣ ਚੱਲਦੇ ਆ ਆਪਾਂ ਬਾਈ ਲੋਡ ਚੱਕਣਾ ਉੱਥੋਂ ਹਨਾ। ਲਓ ਵੀ ਦੋਸਤੋ ਇੱਥੇ ਤਾਂ ਇਹਨਾਂ ਦੇ ਪੂਰਾ ਡਾਊਨ ਟਾਊਨ ਬਣਾਇਆ ਹੋਇਆ, ਲੋਡ ਚੱਕਣਾ ਆ। 15 ਟਰੱਕ ਇੱਥੇ ਮੂਹਰੇ ਖੜਿਆ ਭਰਾਵਾ, ਆਪਾਂ ਪਿੱਛੇ ਖੜੇ ਆ। ਚੰਡੋਲ ਜੀ ਵੀ ਲੱਗੀ ਹੋਈ ਇੱਥੇ, ਮੇਲੇ ਮੂਲਾ ਡਾਊਨ ਟਾਊਨ ਵਾਂਗੂ ਬਣਾਇਆ ਇੱਥੇ ਨਿੱਕਾ ਜਿਹਾ ਇਹਨਾਂ ਨੇ ਪਿੰਡ ਜਾ, ਕਸਬਾ ਜਿਹਾ ਬਣਾਤਾ ਪੂਰਾ ਘੈਂਟ। ਹੁਣ ਜਾ ਕੇ ਪੁੱਛਦੇ ਆ ਵੀ ਕੀ ਕਹਿੰਦੇ ਨੇ ਭਾਈ। ਲਓ ਬਈ ਸ਼ਾਮ ਦੇ 6 ਵੱਜ ਚੁੱਕੇ ਨੇ, ਬਾਰੀ ਆ ਗਈ। ਮੂਰਲਾ ਵੀ ਆਪਣਾ ਬਾਈ ਦਾ ਟਰੱਕ ਆ, ਆਪਣੀ ਕੰਪਨੀ ਦਾ, ਦੂਜੇ ਨੰਬਰ ਤੇ ਮੇਰਾ। ਫਾਈਨਲੀ ਸਾਨੂੰ ਇੱਥੇ 1.5-2 ਘੰਟੇ ਲੱਗ ਗਏ, ਬਾਰੀ ਆ ਗਈ ਠੀਕ ਆ ਜੀ। ਸਾਹਮਣੇ ਨਹਿਰ ਆ ਬਾਈ, ਉਹ ਸਾਹਮਣੇ। ਹੁਣ ਲੋਡ ਚੱਕਣਾ ਇੱਥੋਂ, ਸਵੇਰ ਪਹੁੰਚਾਂਗੇ 3-4 ਵਜੇ। ਲਓ ਵੀ ਦੋਸਤੋ ਲੋਡ ਹੋ ਗਿਆ ਆਪਣਾ ਤੇ ਚੱਲੀਏ ਹੁਣ ਆਪਾਂ ਬਾਈ। 8 ਵਜੇ ਪਏ ਨੇ, ਮਿਲਦੇ ਆ ਰਾਹ 'ਚ, ਭੁੱਖ ਲੱਗੀ ਹੈ ਬਹੁਤ। ਵੀ ਪਲਾਜ਼ੇ 'ਚ ਵੜ ਗਏ ਆਪਾਂ, ਇੱਥੇ ਬਰਗਰ ਕਿੰਗ ਬਣਿਆ ਹੋਇਆ ਜੇ, ਖੁੱਲਿਆ ਹੋਇਆ ਇੱਥੇ, ਇੱਥੋਂ ਖਾਂਦੇ ਆ ਕੁਛ। ਭੁੱਖ ਲੱਗੀ ਸੀ ਯਾਰ ਬਾਲੀ, ਪਤਾ ਨਹੀਂ ਕਿੱਥੇ ਬੜੇ ਆ ਰੱਬ ਹੀ ਜਾਣਦਾ। ਮੀਂਹ ਜਿਹਾ ਪਈ ਜਾਂਦਾ, ਆਸ ਕਰਦਾ ਖੁੱਲਾ ਹੋਵੇ ਯਾਰ। ਲਓ ਬਾਈ ਜੀ ਟਰੱਕ ਚਲਾਉਂਦੇ ਨੂੰ ਆਪਾਂ ਨੂੰ ਹੋ ਗਿਆ ਬਹੁਤ ਟਾਈਮ, ਹਜੇ 2.5 ਘੰਟੇ ਦੀ ਵਾਟ ਪਈ ਆ ਆਪਣੇ ਕੋਲੇ। ਤੇ ਸਰ ਬਹੁਤ ਦੁੱਖ ਰਿਹਾ ਬਾਈ, ਪਰ ਵਾਟ ਤਾਂ ਨਵੇੜਨੀ ਪੈਣੀ ਆ। ਪਤਾ ਨਹੀਂ ਕੀ ਚੱਕਰ ਪੈ ਰਿਹਾ, ਇੱਥੇ ਰੋਕਿਆ 2 ਗੱਡੀਆਂ, ਚੱਕਰ ਪਾ ਲਿਆ ਬਾਈ ਓਏ। ਸੁਬਾਹ ਹੋਇਆ ਤਾਂ ਕੁਛ ਨਹੀਂ, ਔਲ ਗੋਡਾ ਪਤਾ ਨਹੀਂ ਕਿਉਂ ਖੜੇ ਨੇ। ਰਾਤ ਬਰਾਤੇ ਸਪੀਡ ਦਾ ਖਿਆਲ ਰੱਖਿਆ ਕਰੋ, ਮਾਮੇ ਬਹੁਤ ਖੜੇ ਹੁੰਦੇ ਥਾਂ ਥਾਂ ਤੇ, ਪਤਾ ਹੁੰਦਾ ਉਹਨਾਂ ਨੂੰ ਵੀ ਇੱਥੇ ਟਿਕਟ ਪੱਕੀ ਮਿਲਦੀ ਆ। ਇੱਕ ਮਾਮਾ ਜੀ ਹੋਰ ਆ ਗਏ, ਤੇ ਪਤਾ ਨਹੀਂ ਕਾਹਤੋਂ ਆਈ ਜਾਂਦੇ ਨੇ, 4-5 ਹੋਏ ਇਕੱਠੇ। ਸੋ ਬਾਰਡਰ ਹਜੇ ਪਿਆ ਆਪਾਂ ਨੂੰ ਘੰਟੇ ਦੀ ਵਾਟ ਤੇ 2, ਸਿਰ ਬਾਹਲਾ ਫੱਟੀ ਜਾਂਦਾ ਯਾਰ। ਪਰ ਮੈਂ ਸੌਂ ਨਹੀਂ ਸਕਦਾ, ਜੇ ਸੁੱਤਾ ਤਾਂ 10 ਘੰਟੇ ਸੌਣਾ ਪੈਣਾ ਜਾਂ 8 ਘੰਟੇ। ਸੋ ਬਾਹਲਾ ਲੇਟ ਹੋ ਜੂ ਬਾਈ। ਚਲੋ ਦੇਖਦੇ ਆ ਕੀ ਬਣਦਾ। ਬਾਰਡਰ ਤੇ ਪਹੁੰਚ ਗਏ, ਸ਼ਾਇਦ ਇੰਸਪੈਕਸ਼ਨ ਹੋ ਰਹੀ ਆ, ਆਪਾਂ ਨੂੰ ਸ਼ਾਇਦ ਰੋਕ ਲੈਣ ਪੁਲਿਸ ਵਾਲੇ। ਤੇ ਪੁੱਛਦੇ ਆ ਕੀ ਕਹਿੰਦੇ ਪੁਲਿਸ ਵਾਲੇ ਬਾਈ। ਘਬਰਾਉਣ ਦੀ ਲੋੜ ਨਹੀਂ ਹੁੰਦੀ ਬਾਈ, ਤਾਂ ਪੂਰੀਆਂ ਗੱਡੀਆਂ ਲਾਈ ਬੈਠੇ। ਲਓ ਜੀ ਇਹਨਾਂ ਨੇ ਪੁੱਛਿਆ ਸੀ ਕਹਿੰਦੇ ਕਿੱਥੇ ਚੱਲੇ ਆ, ਮੈਂ ਕਿਹਾ ਭਾਈ ਕੈਨੇਡਾ ਚੱਲੇ ਆ। ਕਹਿੰਦਾ ਉਹ ਤਾਂ ਸਾਨੂੰ ਵੀ ਪਤਾ, ਤੂੰ ਕੈਨੇਡਾ ਚੱਲੇ ਆ। ਸਿਟੀ ਕਿਹੜੀ ਚੱਲੇ ਆ, ਕਿੱਥੋਂ ਆਇਆ, ਕੀ ਲੈ ਕੇ ਚੱਲੇ ਆ, ਇਹ ਪੁੱਛ ਲੈਂਦਾ ਕਈ ਵਾਰੀ। ਜਿਵੇਂ ਰਾਤ ਬਰਾਤੇ ਟੱਪਦੇ ਆਪਾਂ, ਜਿਵੇਂ ਸੁਣਨਾ ਜਾਏ ਨਾ ਬਾਰਡਰ, ਉਹ ਤਾਂ ਕਰਕੇ। ਚਲੋ ਜੀ ਕਰੀਏ ਕ੍ਰਾਸ। ਲਓ ਵੀ ਦੋਸਤੋ, ਤੇ ਅੱਜ ਮੈਰਿਜ ਐਨਵਰਸਰੀ ਆ, ਤੇ ਕੇਕ ਕੁੜੀ ਘਰੋਂ ਬਣਾਉਂਦੀ ਆ, ਉਹਦੇ ਕੋਲੇ ਕੇਕ ਲੈਣ ਆਇਆ। ਫਿਰ ਨਹਾਉਂਗਾ ਜਾ ਕੇ ਨਾ, ਫਿਰ ਵਧੀਆ
ਘੁੰਮਾਂਗੇ ਫਿਰਾਂਗੇ। ਵਲੌਗ ਸ਼ਾਇਦ ਹੀ ਬਣਨ ਪਰਿਵਾਰ ਵਾਲੇ, ਪਰ ਹਾਂ ਬਿਹਾਈਂਡ ਦੀ ਕੈਮਰਾ ਸਾਰਾ ਕੁਝ ਚੱਲ ਰਿਹਾ। ਹੁਣ ਇੰਨਾ ਵਧੀਆ ਨਹੀਂ ਲੱਗਦਾ ਵੀ ਯਾਰ, ਮੈਂ ਲੱਗਦਾ ਵੀ ਯਾਰ ਕਾਹਦੇ ਵਾਸਤੇ ਨਾ, ਕਿਉਂਕਿ ਫਿਰ ਬਾਅਦ 'ਚ ਲੋਕ ਟਾਰਗੇਟ ਫੈਮਿਲੀ ਨੂੰ ਕਰਦੇ ਨੇ। ਬਾਕੀ ਇੱਕ ਵੀਰ ਨੇ ਕਿਹਾ ਸੀ ਵੀ ਤੁਸੀਂ ਵਕੀਲ ਦੀ ਪੋਸਟ ਪਾ ਦਿਓ। ਮੈਂ ਕਿਹਾ ਜੀ ਪੈਸੇ ਦੇ ਲਾਉਣਾ ਮੈਂ ਵਕੂਲਾਂ ਤੋਂ ਜਾਂ ਹੋਰ ਤੋਂ। ਉਹ ਕਹਿੰਦੇ ਤੁਸੀਂ YouTube 'ਤੇ ਕਹਿੰਦੇ ਫ੍ਰੀ ਕਰਦੇ ਹੋ। ਦੇਖੋ ਛੋਟੇ ਵੀਰ, ਜਿਵੇਂ ਕੁੜੀ ਸਟੇਟਸ 'ਤੇ ਫੈਮਿਲੀ ਸੌਰੀ ਇਹ ਕੁੜੀ ਹੈਗੀ ਆ ਆਪਣਾ ਸਟੱਡੀ ਪਰਮਿਟ 'ਤੇ, ਘਰੋਂ ਕੰਮ ਕਰਦੀ ਆ ਕੇਕਸ ਦਾ ਨਾ। ਇਹਨੂੰ ਪੈਸੇ ਹੀ ਭੇਜੇ, ਕੋਈ ਪ੍ਰਮੋਸ਼ਨ ਨਹੀਂ ਕੀਤੀ ਇਹਨਾਂ ਦੀ। ਪਹਿਲਾਂ ਵੀ ਜਿੱਦੇ 200 ਕੇ ਹੋਇਆ ਉਹ ਵੀ ਕੇਕ ਇਹਨੇ ਬਣਾਇਆ ਸੀ ਨਾ। ਤੇ ਕੁੜੀ ਦਾ ਇੰਸਟਾਗ੍ਰਾਮ ਮੈਂ ਡਿਸਕ੍ਰਿਪਸ਼ਨ ਦਿੰਦਾ। ਕੋਈ ਪੇਡ ਪ੍ਰਮੋਸ਼ਨ ਨਹੀਂ, ਨਾ ਹੀ ਇਹਨੂੰ ਪਤਾ ਹੋਣਾ ਵੀ ਆਪਾਂ ਬੋਲਿਆ। ਪਰ ਹਾਂ ਇਹਨੇ 40 ਮੰਗੇ ਸੀ, ਮੈਂ ਤਾਂ $10 ਵੱਧ ਦਿੱਤੇ ਇਹਨੂੰ, ਕਿਉਂਕਿ ਮੈਨੂੰ ਐਂ ਹੁੰਦਾ ਵੀ ਹੌਸਲਾ ਵਧੇ ਸਟੂਡੈਂਟਾਂ ਦਾ। ਇਹ ਮੈਂ ਤਾਂ 40 ਮੰਗ ਕੇ ਕਿਤੇ ਮੈਂ 50 ਭੇਜਤੇ। ਇਹ ਤਾਂ ਦੱਸਦਾ ਕਿਉਂਕਿ ਸਟੂਡੈਂਟ ਜਾਂ ਕੋਈ ਹੋਰ ਜੇ ਮੈਨੂੰ ਕਹਿੰਦਾ ਵੀ ਪ੍ਰਮੋਸ਼ਨ ਕਰਦੇ ਉਹਨਾਂ ਦੀ ਫ੍ਰੀ ਕਰਦਾ। ਪਰ ਜਦੋਂ ਜਿਹੜਾ ਬੰਦਾ ਪਹਿਲਾਂ ਹੀ ਹਰਾਮ ਉਹਦਾ ਖਣਾਉ ਵਾਧੂ, ਜਿਹੜਾ ਬਣਿਆ ਠਾਣਿਆ ਇੱਥੇ ਨਾ 10-12 ਸਾਲ ਹੋ ਗਏ, ਉਹ ਵੀ $20 ਦਿੰਦੇ ਕਤਰਾਉਂਦੇ ਨੇ। ਸੋ ਉਹਨਾਂ ਲਈ ਸੀ, ਪੁਰਾਣੇ ਤੋਂ ਆਪਾਂ ਪੈਸੇ ਲੈਂਦੇ ਹਾਂ ਡੈਫੀਨੇਟਲੀ, ਕਿਉਂਕਿ ਜੇ ਤੁਸੀਂ ਇੰਨੇ ਜੁੜੇ ਹੋਏ ਹੋ ਯਾਰ ਇੰਸਟਾਗ੍ਰਾਮ 'ਤੇ ਵੀ ਜਿੱਥੇ ਵੀ, ਤਾਂ ਮੈਨੂੰ ਵੀ ਐਂ ਹੁੰਦਾ ਵੀ ਤੁਹਾਡਾ ਟਰਸਟ ਵੀ ਨਾ ਤੋੜਾਂ ਨਾ। ਆਹ ਚੱਕਰ ਆ। ਅਪਰੋਚ ਤਾਂ ਬਹੁਤ ਕਰਦੇ ਆ ਵੀ ਸਾਡਾ ਆਹ ਕਰਦੇ ਪਰ ਆਹੀ ਹੁੰਦਾ। ਸੋ ਆਪਾਂ ਕੇਕ ਫੜ ਲਈਏ ਭੈਣ ਤੋਂ। ਅਤੇ ਬਾਕੀ ਜਿਹੜੇ ਮੇਰੇ ਨਵੇਂ ਵੀਰ ਨੇ ਜਾਂ ਮੈਂ ਵੀ ਹਾਂ ਕੈਨੇਡੀਅਨ ਟਾਇਰ 'ਚੋਂ ਜਾਂ ਲਾਵਲਸ ਤੋਂ ਬਾਈ ਆਪਦੀ ਮਕੈਨਿਕ ਵਾਲੀ ਉਹ ਕਿੱਟ ਜੀ ਰੱਖਿਆ ਕਰੋ ਨਾ, ਜਿਹਦੇ ਸਾਰਾ ਸਮਾਨ ਹੋਵੇ, ਟਰੱਕ ਰੁਕਦਾ ਕਿਤੇ। ਬਸ ਇਹ ਗਲਤੀਆਂ ਮੈਂ ਵੀ ਕੀਤੀਆਂ ਹੁਣ ਤੱਕ, ਮੈਂ ਵੀ ਹੁਣ ਚੱਲੇ ਹਾਂ, ਤੁਸੀਂ ਵੀ ਨਾ ਕਰਿਓ ਬਾਈ ਬਣ ਕੇ। ਓਕੇ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਲਵ ਯੂ ਸਾਰਿਆਂ ਨੂੰ।